संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। पिता का जन्म के जाने पूत। बाबा महाहरनाम सिंह जी पास एक नौजवान महात्मा, जिस दे उत्ते काली भूरी चादर, पैरीं तिल्ले दी कड़वी जुत्ती हुंदी, उस दे पास खास किसे भेख दा कोई चिन्ह भी नहीं सी, परंतु हजूर उस नूं भी अपना गुरु दसदे हुंदे सन। उस दे आराम करन नूं पिंड विचों नवारी पलंग मंगवाउणा, संगत नूं कह के उस नूं मत्था टिकाउणा, थाल लगा के लंगर विच प्रशादा छकाउणा। ਉਹ आम करके पलंग उत्ते लम्मा ही पिया रहिंदा, कदे बैठ के कोई क्रिया कर्म नहीं सी करदा वेख्या। इस तो पहले प्रसंग आ चुका है। एक प्यारा लाल महेश्वरी सेठ भी भुੱਚੋ ਦਾ ਹੁੰਦਾ ਸੀ। ਉਸ ਨੂੰ ਵੀ ਬਾਬਾ ਜੀ ਆਪਣਾ ਗੁਰੂ ਦੱਸਦੇ ਹੁੰਦੇ ਸਨ। ਅਸਲੀਅਤ ਕੀ ਹੈ ਇਹ ਤਾਂ ਬਾਬਾ ਜੀ ਆਪ ਜਾਣਨ। ਲੇਖਕ ਨੇ ਤਾਂ ਪ੍ਰਸੰਗ ਪਿਤਾ ਜੀ ਪਾਸੋਂ ਸੁਣਿਆ, ਸੱਚ ਸਮਝ ਕੇ ਲਿਖ ਦਿੱਤਾ। ਲੇਖਕ ਦੇ ਪਿਤਾ ਜੀ ਨੂੰ ਖਾਸ ਕਰਕੇ ਹੁਕਮ ਹੁੰਦਾ ਕਿ ਇਹ ਸਾਡਾ ਗੁਰੂ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਛਕੇ, ਇਸ ਦੇ ਜੂਠੇ ਭਾਂਡੇ ਤੈਅ ਮਾਂਜਣੇ ਹਨ। ਸੇਵਕ ਲਿਖਾਰੀ ਨੇ ਲਿਖ ਦਿੱਤਾ ਹੈ, ਜਿਨ੍ਹਾਂ ਨੇ ਹੁਕਮ ਮੰਨ ਕੇ ਸੇਵਾ ਕੀਤੀ ਹੈ, ਜੋ ਜੋ ਕਰੇ ਸੋਈ ਮਾਨ ਲੇਹ, ਬਿਨ ਮਾਨੇ ਰਲ ਹੋਵੇ ਖੇਹ। ਗੁਰਵਾਕ ਅਨੁਸਾਰ ਮੰਨਣਾ ਹੀ ਫਰਜ਼ ਬਣਦਾ ਹੈ। ਭਾਈ ਨੰਦ ਲਾਲ ਜੀ ਦਾ ਵੀ ਫਰਮਾਨ ਹੈ, ਹੋ ਕੁਰਬਾਨ ਪਿਆਰੇ ਉੱਤੋਂ ਉਜਰ ਨਾ ਮੂਲੋਂ ਚਾਹੀ, ਗੁਰਸਿੱਖੀ ਦੇ ਦਾਇਰੇ ਅੰਦਰ ਜਗ੍ਹਾ ਉਜਰਦੀ ਨਾਹੀਂ। ਇੱਕ ਵਾਰ ਭਜਨ ਸਿੰਘ ਨੇ ਇਸ ਦੀ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ ਇਹ ਤੁਹਾਡਾ ਗੁਰੂ ਕਦੇ ਨਾਮ ਜਪਦਾ ਤਾਂ ਵੇਖਿਆ ਨਹੀਂ। ਹਜੂਰ ਨੇ ਉੱਤਰ ਦਿੱਤਾ, ਇਸ ਨੇ ਬਥੇਰਾ ਜਪਿਆ ਹੈ, ਹੁਣ ਨਾ ਜਪੇਗਾ ਤਾਂ ਕੋਈ ਫਰਕ ਨਹੀਂ ਪੈਂਦਾ। ਨਾਲੇ ਤੈਨੂੰ ਕੀ ਪਤਾ ਹੈ ਇਹ ਜਪਦਾ ਹੈ ਕਿ ਨਹੀਂ। ਤੂੰ ਆਪਣੇ ਆਨੰਦ ਵਿੱਚ ਰਹੋ, ਆਪਣੀ ਸੇਵਾ ਕਰੀ ਚੱਲ। ਦਾਸ ਲਿਖਾਰੀ ਦੀ ਤਾਂ ਇਸ ਬਚਨ ਨਾਲ ਹੀ ਸ਼ੰਕਾ ਨਿਵਰਤੀ ਹੋ ਗਈ ਹੈ। ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਨ ਸੂਤ। ਇਹ ਪ੍ਰਸੰਗ ਪਿਤਾ ਜੀ ਪਾਸੋਂ ਮਿਲਿਆ। ਸਤਿਗੁਰ ਤੇ ਜੋ ਮੂੰਹ ਫੇਰੇ, ਤੇ ਵੇਮੁਖ ਬੁਰੇ ਦਿਸਨ। ਬਾਬਾ ਮਹਾਹਰਨਾਮ ਸਿੰਘ ਜੀ ਨੇ ਇੱਕ ਵਾਰ ਭਾਈ ਚੰਦਾ ਸਿੰਘ ਤੇ ਅਰਜਨ ਸਿੰਘ ਢੀਂਡਸਾ ਦੋਹਾਂ ਨੂੰ ਸੱਦ ਕੇ ਹੁਕਮ ਕੀਤਾ, ਇੱਕ ਮਹਾ ਦੁਸ਼ਟ ਆ ਰਿਹਾ ਹੈ, ਅਸੀਂ ਉਸ ਨੂੰ ਮੱਥੇ ਨਹੀਂ ਲਾਉਣਾ। ਤੁਸੀਂ ਮੰਦਰ ਤੋਂ ਉਸ ਨੂੰ ਅੱਗੇ ਨਹੀਂ ਆਉਣ ਦੇਣਾ। ਉਪਰੰਤ ਭਾਈ ਚੰਦਾ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੀ ਪਤਾ ਹੈ ਉਹ ਕੌਣ ਹੈ, ਜਾਂ ਸਾਨੂੰ ਕੋਈ ਉਸ ਦੀ ਨਿਸ਼ਾਨੀ ਸਮਝਾਓ। ਹਜੂਰ ਨੇ ਵਚਨ ਕੀਤਾ, ਉਹ ਮੰਡੀ ਤੋਂ ਟਾਂਗੇ ਉੱਤੇ ਚੜ੍ਹ ਕੇ ਆਏਗਾ, ਚੜ੍ਹਿਆ ਹੋਇਆ ਹੀ ਮੰਦਰ ਤੱਕ ਆਏਗਾ, ਤੁਸੀਂ ਪਛਾਣ ਲੈਣਾ। ਹੁਕਮ ਅਨੁਸਾਰ ਭਾਈ ਚੰਦਾ ਸਿੰਘ ਤੇ ਅਰਜਨ ਸਿੰਘ ਢੀਂਡਸਾ ਪਾਠੀ ਪਹਿਰੇ ਉੱਤੇ ਖੜ੍ਹੇ ਹੋ ਗਏ।
ਦੁਪਹਿਰ ਦੇ ਸਮੇਂ ਤੱਕ ਟਾਂਗੇ ਉੱਤੇ ਚੜ੍ਹ ਕੇ ਉਹ ਪੁਰਸ਼ ਵੀ ਪਹੁੰਚਿਆ। ਭਾਈ ਚੰਦਾ ਸਿੰਘ ਨੇ ਪਛਾਣ ਕੇ ਰੋਕ ਲਿਆ, ਨਾਲ ਹੀ ਕਿਹਾ ਕਿ ਤੈਨੂੰ ਅਸੀਂ ਇਸ ਤੋਂ ਅੱਗੇ ਨਹੀਂ ਜਾਣ ਦੇਣਾ। ਉਸਨੇ ਕਿਹਾ ਕਿ ਮੈਂ ਤਾਂ ਜ਼ਰੂਰ ਅੱਗੇ ਜਾਣਾ। ਭਾਈ ਚੰਦਾ ਸਿੰਘ ਨੇ ਕਿਹਾ, ਸਾਨੂੰ ਮਹਾਰਾਜ ਦਾ ਹੁਕਮ ਹੈ। ਉਸਨੇ ਕਿਹਾ, ਮੈਨੂੰ ਨਾ ਰੋਕੋ, ਮੈਂ ਸ਼ਰਾਪ ਦੇਵਾਂਗਾ। ਭਾਈ ਚੰਦਾ ਸਿੰਘ ਨੇ ਡਾਂਗ ਚੁੱਕ ਲਈ ਤੇ ਕਿਹਾ, ਜਾਂ ਤਾਂ ਭਲੀ ਭਾਂਤ ਨਾਲ ਪਿੱਛੇ ਮੁੜ ਜਾ, ਨਹੀਂ ਤਾਂ ਇਹ ਡਾਂਗ ਹੈ ਮੇਰੇ ਕੋਲ, ਤੇਰੇ ਸ਼ਰਾਪ ਤੋਂ ਪਹਿਲੇ ਹੀ ਤੇਰੇ ਸਿਰ ਵਿੱਚ ਵੱਜੇਗੀ। ਕਹਿ ਕੇ ਡਾਂਗ ਉਲਾਰ ਕੇ ਰਸਤੇ ਵਿੱਚ ਖੜੋ ਗਿਆ। ਕੁਝ ਖੜੋ ਕੇ ਪਿੱਛੇ ਮੁੜ ਕੇ ਜਿੱਥੇ ਅੱਜ ਕੱਲ੍ਹ ਸੜਕ ਦੇ ਨਾਲ ਛੱਪੜ ਅਤੇ ਵੱਡੇ ਵੱਡੇ ਦਰਖਤ ਹਨ, ਉੱਥੇ ਜਾ ਕੇ ਟਾਂਗੇ ਤੋਂ ਉੱਤਰ ਇੱਕ ਦਰਖਤ ਹੇਠ ਬੈਠ ਗਿਆ। ਨਾਲ ਉਸਦੇ ਇੱਕ ਮਾਈ ਤੇ ਇੱਕ ਉਸਦਾ ਸੇਵਾਦਾਰ ਵੀ ਸੀ। ਜਾਣ ਸਮੇਂ ਸੁਨੇਹਾ ਦੇ ਗਿਆ, ਸੰਤਾਂ ਨੂੰ ਕਹੋ ਕਿ ਮੈਨੂੰ ਸੱਦ ਕੇ ਮੇਰਾ ਦਰਸ਼ਨ ਕਰ ਲੈਣ। ਉਪਰੰਤ ਪਾਠੀ ਅਰਜਨ ਸਿੰਘ ਢੀਂਡਸਾ ਡੇਰੇ ਵਿੱਚ ਅੰਦਰ ਗਿਆ। ਬਾਬਾ ਜੀ ਕੋਲ ਉਸ ਦੀ ਕਹੀ ਹੋਈ ਗੱਲ ਦੱਸੀ। ਹਜੂਰ ਨੇ ਉੱਤਰ ਦਿੱਤਾ, ਜਿੰਨੀ ਦੇਰ ਉਹ ਜਾਂਦਾ ਨਹੀਂ ਉਹਨਾਂ ਚਿਰ ਤੁਸੀਂ ਤਕੜੇ ਹੋ ਕੇ ਪਹਿਰਾ ਵਾਰੀ ਲਾਓ। ਉਪਰੰਤ ਉਸ ਨੇ ਇੱਕ ਦੋ ਵਾਰ ਅੰਦਰ ਆਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਅੰਦਰ ਆਉਣ ਹੀ ਨਹੀਂ ਦਿੱਤਾ। ਬਾਬਾ ਜੀ ਨੇ ਬਚਨ ਕੀਤਾ, ਮਹਾਦੁਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਕੇ ਦਰਸ਼ਨ ਮੰਗਦਾ ਹੈ, ਇਸ ਨੂੰ ਦਰਸ਼ਨ ਨਹੀਂ ਦੇਣੇ। ਫਿਰ ਉਸ ਨੇ ਬਾਹਰੋਂ ਹੀ ਕਿਸੇ ਰਾਹੀਂ ਸੁਨੇਹਾ ਭੇਜਿਆ ਕਿ ਸੰਤ ਤਾਂ ਮਰਦਾਨੇ ਦੇ ਅਵਤਾਰ ਹਨ ਤੇ ਮੈਂ ਗੁਰੂ ਨਾਨਕ ਦਾ ਅਵਤਾਰ ਹਾਂ। ਸੰਤਾਂ ਨੂੰ ਕਹੋ ਕਿ ਮੇਰਾ ਦਰਸ਼ਨ ਕਰ ਲੈਣ। ਸੁਣ ਉਪਰੰਤ ਬਾਬਾ ਜੀ ਨੇ ਬਚਨ ਕੀਤਾ। ਚੰਦੇ ਨੂੰ ਤੇ ਅਰਜਨ ਸਿੰਘ ਢੀਂਡਸਾ ਪਾਠੀ ਨੂੰ ਹੁਕਮ ਕੀਤਾ, ਉਸ ਨੂੰ ਐਸੇ ਵੇਲੇ ਹੀ ਦਰਖਤਾਂ ਹੇਠੋਂ ਉਠਾ ਕੇ ਮੰਡੀ ਤੱਕ ਇਸ ਦੇ ਨਾਲ ਜਾਓ, ਗੱਡੀ ਚੜ੍ਹਾ ਕੇ ਆਓ। ਸੇਵਕਾਂ ਨੇ ਕੁਝ ਹੋਰ ਬੰਦੇ ਨਾਲ ਲੈ ਕੇ ਬਾਬਾ ਜੀ ਦੇ ਹੁਕਮ ਅਨੁਸਾਰ ਇਸੇ ਤਰ੍ਹਾਂ ਹੀ ਕੀਤਾ। ਫਿਰ ਉਹ ਆਪਣੀ ਕੋਈ ਵਾਰ ਨਾ ਚੱਲਦੀ ਵੇਖ ਕੇ ਚਲਾ ਗਿਆ। ਉਪਰੰਤ ਸੁਣਨ ਵਿੱਚ ਆਇਆ ਉਸ ਦਾ ਅੰਤ ਨੂੰ ਬੁਰਾ ਹਾਲ ਹੋਇਆ ਤੇ ਉਹ ਮਰਿਆ। ਇਹ ਬਚਨ ਭਾਈ ਅਰਜਨ ਸਿੰਘ ਢੀਂਡਸਾ ਪਾਠੀ ਕੋਲੋਂ ਮਿਲਿਆ। ਜੈਸੇ ਆਪਨੇ ਧਨੇ ਪ੍ਰਾਣੀ ਮਰਨ ਨਾ ਮਾਂਡੇ, ਤੈਸੇ ਸੰਤ ਜਨਾ ਰਾਮ ਨਾਮ ਨਾ ਛਾਡੇ। ਭੁੱਚੋ ਨਗਰ ਦਾ ਇੱਕ ਚੰਗਾ ਸੇਵਾਦਾਰ, ਜਿਸ ਦਾ ਨਾਮ ਬਾਬਾ ਸੌਣ ਸਿੰਘ ਢਿੱਲੋਂ ਸੀ, ਕਿਸੇ ਸਮੇਂ ਬਾਬਾ ਜੀ ਦੀ ਸੇਵਾ ਰੂਮੀ ਰਹਿਣ ਸਮੇਂ ਕਰਦਾ ਰਿਹਾ ਸੀ। ਹਜੂਰ ਦੀ ਇਸ ਉੱਪਰ ਪ੍ਰਸੰਨਤਾ ਵੀ ਬੜੀ ਸੀ। ਇਸ ਦਾ ਕਿਹਾ ਹਜੂਰ ਵੀ ਮੰਨ ਲੈਂਦੇ ਸਨ। ਜੇ ਕਿਸੇ ਦੀ ਸਿਫਾਰਿਸ਼ ਕਰਨੀ ਤਾਂ ਵੀ ਮੋੜਦੇ ਨਹੀਂ ਸਨ। ਪਿੱਛੇ ਜ਼ਿਕਰ ਕਈ ਥਾਂ ਉੱਪਰ ਆ ਚੁੱਕਾ ਹੈ, ਪਾਠਕ ਪੜ੍ਹ ਚੁੱਕੇ ਹਨ। ਇੱਕ ਵਾਰ ਸੌਣ ਸਿੰਘ ਢਿੱਲੋਂ ਦਰਸ਼ਨ ਕਰਨ ਆਇਆ ਅਤੇ ਨਮਸਕਾਰ ਕਰਕੇ ਬੈਠ ਗਿਆ। ਹਜੂਰ ਨੇ ਸੁਖ ਆਨੰਦ ਪੁੱਛੀ। ਉਪਰੰਤ ਸੌਣ ਸਿੰਘ ਢਿੱਲੋਂ ਨੇ ਬੇਨਤੀ ਕੀਤੀ, ਮਹਾਰਾਜ, ਜਿੰਨੇ ਵੀ ਸਾਧੂ ਮਹਾਤਮਾ ਹੁੰਦੇ ਹਨ, ਕਈ ਸਾਧੂ ਤਾਂ ਵਰਜੀ ਹੋਈ ਰੋਟੀ ਖਾਂਦੇ ਹੀ ਨਹੀਂ, ਸਗੋਂ
ਸੁੱਕੇ ਟੁਕੜੇ ਮੰਗ ਕੇ ਖਾ ਕੇ ਖੁਸ਼ ਰਹਿੰਦੇ ਹਨ। ਮੰਗੇ ਹੋਏ ਪ੍ਰਸ਼ਾਦੇ ਵਿੱਚੋਂ ਵੀ ਮੈਂ ਵੇਖਿਆ ਹੈ ਕੁੱਤਿਆਂ ਨੂੰ ਖਵਾ ਦਿੰਦੇ ਹਨ। ਕੋਈ ਕੱਪੜਾ ਲੀੜਾ ਦੇਵੇ ਤਾਂ ਵੀ ਨਹੀਂ ਲੈਂਦੇ। ਪੈਰੋਂ ਨੰਗੇ ਬੁਰੇ ਹਾਲੀ ਰਹਿੰਦੇ ਹਨ। ਇਹ ਕਿਉਂ, ਮੈਨੂੰ ਸਮਝ ਨਹੀਂ ਆਈ। ਇਹ ਵੀ ਕੋਈ ਫਕੀਰੀ ਹੈ? ਹਜ਼ੂਰ ਨੇ ਉੱਤਰ ਦਿੱਤਾ, ਸੌਣ ਸਿਆਂ ਤੈਨੂੰ ਕੀ ਦਸੀਏ। ਜਿਵੇਂ ਸੂਮ ਪੈਸਾ ਪੈਸਾ ਕਰਕੇ ਮਾਇਆ ਜੋੜਦਾ ਹੈ, ਤਿਵੇਂ ਸੰਤ ਜਨ ਥੋੜ੍ਹਾ ਥੋੜ੍ਹਾ ਸਿਮਰਨ ਕਰਕੇ ਦੁੱਖ ਤਕਲੀਫਾਂ ਸਰੀਰ ਉੱਤੇ ਝੱਲ ਕੇ ਨਾਮ ਧਨ ਇਕੱਠਾ ਕਰਦੇ ਹਨ। ਨਾ ਦਿਨੇ ਆਰਾਮ, ਨਾ ਰਾਤ ਨੂੰ ਨੀਂਦ, ਜਨਮਾਂ ਜਨਮਾਂ ਵਿੱਚ ਘਾਲਣਾ ਕਰਕੇ ਤਾਂ ਕੋਈ ਕਿਤੇ ਜਾ ਕੇ ਸਿਰੇ ਲੱਗਦਾ ਹੈ। ਕਈ ਤਾਂ ਫਿਰ ਵੀ ਕੱਚੇ ਫਲ ਵਾਂਗੂ ਟੁੱਟ ਕੇ ਡਿੱਗ ਪੈਂਦੇ ਹਨ। ਕਈ ਬ੍ਰਿਸ਼ ਨਾਲ ਲੱਗੇ ਹੋਏ ਵੀ ਦਾਗੀ ਹੋ ਜਾਂਦੇ ਹਨ। ਪੂਰਾ ਫਲ ਪੱਕ ਕੇ ਹੀ ਪ੍ਰਵਾਨ ਹੁੰਦਾ ਹੈ। ਗੁਰਵਾਕ ਹੈ, ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ, ਜੋ ਬੀਚ ਨ ਖਾਹੀ ਕਾਂਬ। ਬਾਬਾ ਜੀ ਨੇ ਬਚਨ ਜਾਰੀ ਰੱਖਦਿਆਂ ਹੋਇਆਂ ਅੱਗੇ ਦੱਸਿਆ, ਸੌਣ ਸਿਆਂ ਸਾਧੂ ਦੀ ਕਮਾਈ ਵਿੱਚੋਂ ਇੱਕ ਹਿੱਸਾ ਸਮੇਂ ਦਾ ਰਾਜਾ ਲੈ ਜਾਂਦਾ ਹੈ। ਬਾਕੀ ਕਿਸੇ ਨੂੰ ਮੁੰਡਾ ਦਿੱਤਾ, ਕਿਸੇ ਨੂੰ ਕੁੜੀ, ਕਿਸੇ ਨੂੰ ਵਾਰ, ਕਿਸੇ ਨੂੰ ਸਰਾਪ। ਜੇ ਸੰਤ ਵਰਜੇ ਹੋਏ ਨਿਉਂਦੇ ਖਾਣ ਲੱਗ ਜਾਣ ਤਾਂ ਫਿਰ ਤਾਂ ਇਹਨਾਂ ਦੇ ਪੱਲੇ ਕੁਝ ਨਹੀਂ ਰਹਿੰਦਾ। ਇਹ ਤਾਂ ਉਹੀ ਸਾਧੂ ਹੁੰਦੇ ਹਨ ਜਿਨ੍ਹਾਂ ਦੀ ਕਮਾਈ ਬਹੁਤ ਹੁੰਦੀ ਹੈ ਅਤੇ ਇੱਕ ਇੱਕ ਸਵਾਸ ਦੇ ਨਾਮ ਜਪਣ ਨਾਲ ਰੋਮ ਰੋਮ ਵਿੱਚੋਂ ਨਾਮ ਜਪਣ ਦੀ ਆਵਾਜ਼ ਆਉਂਦੀ ਹੈ। ਉਹਨਾਂ ਦੀ ਕਮਾਈ ਵਗਦੇ ਦਰਿਆ ਵਾਂਗੂ ਹੁੰਦੀ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਈਏ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਕੋਈ ਆਵੇ ਸੇਵਾ ਕਰੇ ਤੇ ਕੁਝ ਲੈ ਜਾਵੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਛੇਤੀ ਕੀਤੇ ਕੋਈ ਸਾਧੂ ਕਿਸੇ ਲਈ ਕੁਝ ਲੈ ਕੇ ਨਹੀਂ ਬੈਠਾ ਹੁੰਦਾ। ਨਾਮ ਜਪਣ ਦੀ ਜੁਗਤੀ ਤਾਂ ਦੱਸ ਦੇਈਦੀ ਹੈ, ਪਰ ਆਪਣੇ ਕੋਲੋਂ ਕੋਈ ਕਿਸੇ ਨੂੰ ਨਹੀਂ ਦਿੰਦਾ। ਜੇ ਵਗਦੇ ਦਰਿਆ ਵਿੱਚੋਂ ਕੋਈ ਬੁੱਕ ਭਰ ਕੇ ਪੀ ਗਿਆ ਜਾਂ ਆਪਣਾ ਭਾਂਡਾ ਬਣਾ ਕੇ ਭਰ ਕੇ ਲੈ ਗਿਆ। ਸੌਣ ਸਿੰਘ ਨੇ ਪੁੱਛਿਆ, ਮਹਾਰਾਜ ਆਪਣਾ ਭਾਂਡਾ ਕੀ ਹੈ? ਮੈਨੂੰ ਸਮਝ ਨਹੀਂ ਆਈ। ਹਜ਼ੂਰ ਨੇ ਬਚਨ ਕੀਤਾ, ਸੌਣ ਸਿਆਂ ਜਿਹੜੀ ਕਮਾਈ ਕਰਨੀ ਹੈ, ਬਚਨ ਮੰਨਣਾ ਹੈ, ਇਹੋ ਹੀ ਭਾਂਡਾ ਬਣਾਉਣਾ ਹੈ। ਨਾਮ ਜਪ ਕੇ ਸੇਵਾ ਕਰਕੇ ਇਸ ਤਰ੍ਹਾਂ ਹੀ ਭਾਂਡਾ ਬਣਦਾ ਹੈ। ਨਾਮ ਜਪਦਾ, ਸੇਵਾ ਕਰਦਾ, ਮਨ ਨੂੰ ਜਿੰਨਾ ਹੋ ਸਕੇ ਬਾਹਰੋਂ ਰੋਕ ਕੇ ਰੱਖੇ। ਜੇ ਮਨ ਨਾ ਰੁਕੇ ਤਾਂ ਆਪਣੇ ਮੁਰਸ਼ਿਦ ਨੂੰ ਦੱਸੇ। ਜੇ ਕੋਈ ਲੋੜਵੰਦ ਆ ਵੀ ਜਾਵੇ ਤਾਂ ਉਸ ਨੂੰ ਆਪਣੇ ਮੁਰਸ਼ਿਦ ਕੋਲ ਘੱਲ ਦੇਵੇ ਤਾਂ ਚੰਗਾ ਰਹੇਗਾ। ਵਿੱਚੋਂ ਹੀ ਸੌਣ ਸਿੰਘ ਨੇ ਕਿਹਾ, ਜੀ ਜਿਵੇਂ ਰਿਖੀ ਜੀ ਕਲੇਰਾਂ ਵਾਲੇ ਕਰਦੇ ਹਨ। ਹਜ਼ੂਰ ਨੇ ਬਚਨ ਕੀਤਾ, ਸੌਣ ਸਿਆਂ ਕਲੇਰਾਂ ਵਾਲੇ ਬੜੇ ਦਾਨੇ ਹਨ।
ਛੇਤੀ ਕੀਤੇ ਕਿਸੇ ਨੂੰ ਲੜ ਨਹੀਂ ਫੜਾਉਂਦੇ। ਸਾਡੇ ਕੋਲ ਵੀ ਉਸ ਨੂੰ ਘੱਲਦੇ ਹਨ ਜਿਸ ਦਾ ਕਰਾਉਣਾ ਹੀ ਹੋਵੇ। ਕਈ ਸਾਡੇ ਕੋਲ ਆ ਕੇ ਵੀ ਖਾਲੀ ਮੁੜ ਜਾਂਦੇ ਹਨ। ਸੌਣ ਸਿਆਂ ਇੱਕ ਵਾਰ ਦੀ ਗੱਲ ਹੈ, ਰਿਖੀ ਜੀ ਕਲੇਰਾਂ ਵਾਲੇ ਹਰ ਵੇਲੇ ਉਸ ਅਵਸਥਾ ਵਿੱਚ ਰਹਿਣ ਲੱਗ ਪਏ। ਕੋਈ ਤੁਰਿਆ ਜਾਂਦਾ ਵੀ ਦਰਸ਼ਨ ਕਰੇ ਤੇ ਖਾਲੀ ਨਾ ਮੁੜੇ। ਅਸੀਂ ਵੇਖਿਆ ਇਹ ਤਾਂ ਬੜੀ ਮਰਿਆਦਾ ਤੋਂ ਉਲਟ ਗੱਲ ਹੋ ਗਈ। ਨਾ ਕਿਸੇ ਨੇ ਸੇਵਾ ਕੀਤੀ, ਨਾ ਸਿਮਰਨ ਕੀਤਾ, ਤੁਰਿਆ ਜਾਂਦਾ ਹੀ ਲੈ ਗਿਆ। ਅਸੀਂ ਸੱਦ ਕੇ ਉਹਨਾਂ ਨੂੰ ਸਮਝਾਇਆ, ਇਉਂ ਨਾ ਕਰੋ। ਇਸ ਤਰ੍ਹਾਂ ਤਾਂ 10 ਗੁਰੂਆਂ ਨੇ ਵੀ ਨਹੀਂ ਕੀਤੀ। ਪਰ ਉਹ ਛੇਤੀ ਮੰਨ ਗਏ। ਸੌਣ ਸਿਆਂ ਕੋਈ ਸੇਵਾ ਸਿਮਰਨ ਕਰੇ, ਸਤ ਬਚਨ ਦਾ ਅਧਿਕਾਰੀ ਬਣੇ, ਉਸ ਨੂੰ ਕੁਝ ਦੇਣ ਵੇਲੇ ਉਸ ਅਵਸਥਾ ਵਿੱਚ ਆ ਕੇ ਉਸ ਨੂੰ ਬਚਨ ਕਰੀਦਾ ਹੈ। ਕੁਝ ਮੰਗ ਤੇ ਉਹ ਮੰਗਦਾ ਹੈ, ਉਸ ਨੂੰ ਉਸ ਦੀ ਇੱਛਾ ਅਨੁਸਾਰ, ਕਮਾਈ ਅਨੁਸਾਰ ਕੁਝ ਮਿਲਦਾ ਹੈ। ਇਹ ਸਮਾਂ ਥੋੜ੍ਹੇ ਚਿਰ ਵਾਸਤੇ ਹੀ ਹੁੰਦਾ ਹੈ, ਫਿਰ ਅਵਸਥਾ ਬਦਲ ਲਈ ਜਾਂਦੀ ਹੈ। ਅਸੀਂ 8 ਦਿਨਾਂ ਵਿੱਚ ਇੱਕ ਵਾਰੀ ਐਸੀ ਅਵਸਥਾ ਵਿੱਚ ਆ ਕੇ ਕੱਲੇ ਕੱਲੇ ਸੇਵਾਦਾਰ ਨੂੰ ਪੁੱਛਦੇ ਹਾਂ, ਤੇਰੀ ਕੀ ਮੰਗ ਹੈ? ਤੂੰ ਸੇਵਾ ਕਿਸ ਵਾਸਤੇ ਕਰਦਾ ਹੈ? ਉਸ ਵੇਲੇ ਕਿਸੇ ਬਾਹਰਲੇ ਬੰਦੇ ਨੂੰ ਅੰਦਰ ਨਹੀਂ ਆਉਣ ਦਈਦਾ। ਉਹ ਸਮਾਂ ਕੱਲੇ ਸੇਵਕਾਂ ਵਾਸਤੇ ਹੁੰਦਾ ਹੈ। ਉਸ ਸਮੇਂ ਬਾਹਰ ਪਹਿਰਾ ਲਾ ਦਈਦਾ ਹੈ। ਉਪਰੰਤ ਸੌਣ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਪੁਰਾਣੇ ਸਾਧੂ ਜੇ ਕਿਸੇ ਦੇ ਘਰੋਂ ਕੁਝ ਖਾਂਦੇ ਪਹਿਨਦੇ ਸਨ ਤਾਂ ਕਿਸ ਤਰ੍ਹਾਂ ਕਰਦੇ ਸਨ? ਉੱਤਰ ਵਿੱਚ ਹਜੂਰ ਨੇ ਬਚਨ ਕੀਤਾ, ਪਹਿਲੀ ਪਾਤਸ਼ਾਹੀ ਨੇ ਆਪਣੇ ਸਿੱਖਾਂ ਸੰਤਾਂ ਨੂੰ ਇਹ ਮਰਿਆਦਾ ਦੱਸੀ ਸੀ, ਜੇ ਕਿਸੇ ਦੇ ਘਰੋਂ ਨਿਆਉਂਦਾ ਛਕੋ, ਉਸ ਨਿਮਿਤ 5 ਪਾਠ ਜਪਜੀ ਸਾਹਿਬ ਦੇ ਕਰਨੇ, ਆਪਣੇ ਨਿਤਨੇਮ ਤੋਂ ਬਿਨਾ। ਜੇ ਕੋਈ ਪੂਰੇ ਬਸਤਰ ਦੇਵੇ, ਉਸ ਨਿਮਿਤ 25 ਪਾਠ ਜਪਜੀ ਸਾਹਿਬ ਦੇ ਕਰਨੇ। ਜੇ ਮੰਜਾ ਬਿਸਤਰਾ ਨਾਲ ਦੇਵੇ ਤਾਂ 50 ਪਾਠ ਕਰਨੇ। ਜੇ ਕੋਈ ਕੋਠਾ ਰਹਿਣ ਨੂੰ ਦੇਵੇ, ਉਸ ਨਿਮਿਤ 125 ਪਾਠ ਜਪਜੀ ਸਾਹਿਬ ਦੇ ਕਰਨੇ। ਜਿਵੇਂ ਜਿਵੇਂ ਕਿਸੇ ਤੋਂ ਵੱਖ ਲੈਣ ਦੇਣ ਕਰੇ ਤਾਂ ਹੋਰ ਪਾਠ ਸਿਮਰਨ ਵੱਧ ਕਰਨਾ ਪੈਂਦਾ ਹੈ। ਸੌਣ ਸਿੰਘ ਨੇ ਹੱਸ ਕੇ ਬੇਨਤੀ ਕੀਤੀ, ਮਹਾਰਾਜ, ਜਿਹੜੇ ਸੰਤ ਸਦਾ ਲੋਕਾਂ ਦੇ ਘਰ ਵਿੱਚੋਂ ਖਾਂਦੇ ਪਹਿਨਦੇ ਹਨ, ਹਜੂਰ ਨੇ ਬਚਨ ਕੀਤਾ, ਉਹ ਤਾਂ ਜੁਆਰੀ ਵਾਂਗੂ ਸਭ ਕੁਝ ਹਾਰ ਕੇ ਹੀ ਜਾਂਦੇ ਹਨ। ਵਾਕ ਹੈ, ਚੱਲੇ ਜੁਆਰੀ ਦੋਏ ਹੱਥ ਝਾਰ। ਬਾਬਾ ਸੌਣ ਸਿੰਘ ਨੇ ਫਿਰ ਬੇਨਤੀ ਕੀਤੀ, ਮਹਾਰਾਜ, ਤੁਹਾਡੇ ਨਾਲ ਕੋਈ ਮੌਲਵੀ, ਕਿਸੇ ਮਤ ਦਾ ਸਾਧੂ ਵਿਦਵਾਨ ਉੱਤਰ ਪ੍ਰਸ਼ਨ ਕਰੇ, ਆਪ ਜੀ ਸਭ ਦੇ ਮਨ ਦੇ ਸ਼ੰਕੇ ਦੂਰ ਕਰਕੇ ਤੋਰਦੇ ਹੋ, ਪਰੰਤੂ ਕਿਸੇ ਨੂੰ ਔਕੜ ਵਿੱਚ ਪਾਉਂਦੇ ਹੋ। ਜਿਵੇਂ ਪਿਛਲੇ ਦਿਨੀ ਇੱਕ ਬ੍ਰਾਹਮਣ ਨੂੰ ਤੁਸੀਂ ਸਵਾਲ ਕੀਤੇ, ਤੇਰੇ ਘਰ ਦੇ ਕੜੀਆਂ ਬਾਲੇ, ਕੋਠੇ ਦੇ ਖੜ ਖਿੜਕੀਆਂ, ਬਾਰੀਆਂ ਕਿੰਨੀਆਂ ਹਨ?
ਫਿਰ ਆਪੇ ਹੀ ਸਭ ਕੁਝ ਦੱਸ ਦਿੱਤਾ। ਬਾਬਾ ਜੀ ਨੇ ਬਚਨ ਕੀਤਾ, ਸੌਣ ਸਿਆਂ ਤੂੰ ਵੀ ਉਸ ਦਿਨ ਕੋਲ ਹੀ ਸੀ ਜਿਸ ਦਿਨ ਉਸ ਪੰਡਤ ਨਾਲ ਇਹ ਗੱਲ ਹੋਈ ਸੀ। ਸੌਣ ਸਿਆਂ ਇਹ ਇੱਕ ਦੇਵਤਾ ਸਿੱਧ ਕੀਤਾ ਹੁੰਦਾ ਹੈ। ਇਹਨਾਂ ਲੋਕਾਂ ਨੇ ਇੱਕ ਦੇਵਤਾ ਤਾਂ ਕੰਨ ਵਿੱਚ ਅਤਰ ਲਾ ਕੇ ਰੂੰ ਦਾ ਫੰਬਾ ਰੱਖਦੇ ਹਨ, ਦੂਜਾ ਦੇਵਤਾ ਕੰਨ ਵਿੱਚ ਪਿਸ਼ਾਬ ਲਾ ਕੇ ਰੂੰ ਦਾ ਫੰਬਾ ਰੱਖਦੇ ਹਨ। ਪਰ ਇਹ ਗੱਲ ਦੱਸਣ ਜੋਗੇ ਹੀ ਹੁੰਦੇ ਹਨ। ਗੱਲਾਂ ਵੀ ਪਿਛਲੀਆਂ ਹੋਈਆਂ, ਅਗਲੀ ਗੱਲ ਦਾ, ਹੋਣ ਵਾਲੀ ਦਾ ਇਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਲੋਕਾਂ ਨੂੰ ਗੱਲਾਂ ਦੱਸ ਕੇ ਆਪਣੀ ਰੋਟੀ ਕਮਾਉਣ ਜੋਗੇ ਹੁੰਦੇ ਹਨ। ਦੁਨੀਆ ਮਗਰ ਮਗਰ ਲੱਗ ਜਾਂਦੀ ਹੈ। ਉਹ ਬ੍ਰਾਹਮਣ ਜਿਸ ਵੇਲੇ ਸਾਡੇ ਕੋਲ ਆਇਆ, ਉਸ ਦਾ ਦੇਵਤਾ ਸਾਡੇ ਕੋਲ ਆ ਹੀ ਨਾ ਸਕਿਆ। ਕੋਈ ਗੱਲ ਪੰਡਤ ਦੱਸ ਹੀ ਨਾ ਸਕਿਆ। ਸਾਡੀ ਵਾੜ ਤੋਂ ਅੰਦਰ ਕੋਈ ਦੇਵੀ ਦੇਵਤਾ ਸਾਡੇ ਹੁਕਮ ਬਿਨਾਂ ਨਹੀਂ ਆ ਸਕਦਾ। ਅਸੀਂ ਸਦਾ ਇਹ ਦੂਰ ਹੀ ਰੱਖੇ ਹਨ। ਸੌਣ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਇਹ ਦੇਵਤੇ ਮੁਕਤੀ ਦੇ ਦਿੰਦੇ ਹਨ। ਬਾਬਾ ਜੀ ਨੇ ਬਚਨ ਕੀਤਾ, ਸੌਣ ਸਿਆਂ ਮੁਕਤੀ ਤਾਂ ਨਿਰੰਕਾਰ ਦੇ ਸਿਮਰਨ ਕਰਨ ਨਾਲ ਜਾਂ ਸਾਧ ਸੰਗਤ ਵਿੱਚ ਰਹਿ ਕੇ ਸੇਵਾ ਕਰਨ ਨਾਲ ਹੀ ਮਿਲਦੀ ਹੈ। ਮੁਕਤੀ ਹੋਰ ਕਿਵੇਂ ਵੀ ਨਹੀਂ ਮਿਲਦੀ। ਪਰ ਪਰਮੇਸ਼ਰ ਦੇ ਪਿਆਰੇ ਮੁਕਤੀ ਦੀ ਇੱਛਾ ਹੀ ਨਹੀਂ ਕਰਦੇ। ਕਈ ਬੈਕੁੰਠ ਨਾਹੀ ਲਵੇ ਲਾਗੇ, ਮੁਕਤ ਬਪੁੜੀ ਪੀ ਗਿਆਨੀ ਤਿਆਗੇ। ਸੁਰਗ ਮੁਕਤ ਬੈਕੁੰਠ ਸਭ ਬਾਛੇ, ਨਿਤ ਆਸਾ ਆਸ ਕਰੀਜੈ। ਮੇਰੇ ਠਾਕਰ ਕੇ ਜਨ ਅਲਿਪਤ ਹੈ ਮੁਕਤੇ, ਮਿਲ ਦਰਸ਼ਨ ਤ੍ਰਿਪਤ ਮਨ ਧੀਜੈ। ਇੰਦਰ ਇੰਦਰਾਸਨ ਬੈਠੇ ਜਮ ਕਾ ਭਉ ਪਾਵੇ, ਜਮ ਨਾ ਛੋਡੇ ਬਹੁ ਕਰਮ ਕਮਾਵੇ। ਦੇਵਤੇ ਕਿਸੇ ਨੂੰ ਮੁਕਤੀ ਦੇ ਨਹੀਂ ਸਕਦੇ। ਕਿਸੇ ਕੈਦੀ ਨੇ ਵੀ ਕਿਸੇ ਦੀ ਫਾਂਸੀ ਛੁਡਾਈ ਹੈ। ਇਹੋ ਗੱਲ ਦੇਵਤਿਆਂ ਦੀ ਹੈ। ਫਿਰ ਅਖੀਰ ਉੱਤੇ ਸੌਣ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਰੋਮ ਰੋਮ ਨਾਮ ਜਪਣ ਵਾਲੀ ਗੱਲ ਕੀਤੀ ਸੀ। ਕਿ ਰੋਮ ਭਾਵ ਸਰੀਰ ਦੇ ਵਾਲ ਵੀ ਜਪਦੇ ਹਨ? ਬਾਬਾ ਜੀ ਨੇ ਬਚਨ ਕੀਤਾ, ਹਾਂ ਸੌਣ ਸਿਆਂ ਰੋਮਾਂ ਵਿੱਚੋਂ ਵੀ ਜਪਣ ਦੀ ਆਵਾਜ਼ ਆਉਂਦੀ ਤੂੰ ਸੁਣਨੀ ਹੈ। ਜੇ ਸੁਣਨੀ ਹੈ ਤਾਂ ਹੱਥ ਪੈਰ ਧੋ ਕੇ ਸਾਡੇ ਕੋਲ ਹੋ ਕੇ ਬੈਠ, ਮੂੰਹ ਅੱਗੇ ਪੱਲਾ ਕਰਕੇ ਸਾਡੇ ਸਰੀਰ ਦੇ ਕਿਸੇ ਵੀ ਥਾਂ ਕੰਨ ਲਾ ਕੇ ਸੁਣ ਲੈ। ਬਚਨ ਸੁਣਨ ਉਪਰੰਤ ਸੌਣ ਸਿੰਘ ਢਿੱਲੋਂ ਹੁਕਮ ਅਨੁਸਾਰ ਹੱਥ ਪੈਰ ਧੋ ਕੇ ਮੂੰਹ ਅੱਗੇ ਪੱਲਾ ਰੱਖ ਕੇ ਬਾਬਾ ਜੀ ਦੇ ਨੇੜੇ ਹੋ ਕੇ ਬੈਠ ਗਿਆ। ਹਜ਼ੂਰ ਨੇ ਕਿਸੇ ਰੱਬੀ ਰੰਗ ਵਿੱਚ ਮੁਸਕਰਾ ਕੇ ਆਪਣੀ ਬਾਂਹ ਸੌਣ ਸਿੰਘ ਦੇ ਕੰਨ ਕੋਲ ਕਰਕੇ ਕਿਹਾ, ਲੈ ਸੁਣ। ਕੁਝ ਸਮਾਂ ਚੁੱਪ ਛਾਈ ਰਹੀ। ਸਾਰੀ ਸੰਗਤ ਹੈਰਾਨੀ ਨਾਲ ਵੇਖ ਰਹੀ ਸੀ। ਉਪਰੰਤ ਹਜ਼ੂਰ ਨੇ ਆਪਣੀ ਬਾਂਹ ਸੌਣ ਸਿੰਘ ਦੇ ਕੰਨ ਤੋਂ ਵੱਖ ਕੀਤੀ
ਤਾਂ ਬਾਬਾ ਸੌਣ ਸਿੰਘ ਤਰਬਕ ਕੇ ਅੱਖਾਂ ਖੋਲ ਕੇ ਬੋਲਿਆ, ਜੀਵਨ ਦਾਨ ਦੇਣ ਵਾਲੇ ਦਾਤਿਆ, ਜੀਵਨ ਦਾਨ ਦੇ ਕੇ ਹੁਣ ਮੁਰਦਾ ਨਾ ਬਣਾ। ਕੰਨਾਂ ਦੇ ਕਟੋਰਿਆਂ ਵਿੱਚ ਇਹ ਅੰਮ੍ਰਿਤ ਪਿਲਾਈ ਚੱਲ। ਹਜੂਰ ਨੇ ਬਚਨ ਕੀਤਾ, ਜਿਸ ਨੇ ਵੀ ਸੁਣਨਾ ਹੈ ਹੁਣ ਸਮਾਂ ਹੈ, ਆ ਜਾਓ, ਅੱਜ ਮੌਕਾ ਹੈ। ਉਪਰੰਤ ਜੋ ਵੀ ਸੰਗਤ ਸੀ ਉਹਨਾਂ ਵਡਭਾਗੀਆਂ ਦੇ ਨਾਮ ਪੜ੍ਹ ਲਵੋ। ਹਜੂਰੀ ਸੇਵਕ ਸੰਤ ਨਰੈਣ ਸਿੰਘ ਜੀ, ਬਾਬਾ ਭਾਈ ਨੀਲਾ ਸਿੰਘ ਜੀ, ਭਜਨ ਸਿੰਘ, ਮਹਿਰਾ ਸਿੱਖ ਲਾਂਗਰੀ, ਝੰਡਾ ਸਿੰਘ ਛੋਟਾ ਛੇਵੇਂ ਤੋਂ, ਲਾਲਾ ਦਿਲ ਸੁਖ ਰਾਏ ਤੇ ਇਸ ਦੇ ਘਰੋਂ ਬੀਬੀ ਜਮਨਾ, ਮਾਈ ਖੇਮੂ ਤੇ ਬੀਬੀ ਜੈ ਕੌਰ ਤੇ ਰਤਨ ਸਿੰਘ ਡਰੋਲੀ, ਮੁਨਸ਼ੀ ਹਰਦੇਤ ਸਿੰਘ। ਉਸ ਸਮੇਂ ਹਜੂਰ ਥੋੜ੍ਹਾ ਥੋੜ੍ਹਾ ਮੁਸਕਰਾ ਰਹੇ ਸਨ। ਜਿਉਂਦਾ ਕਰੇ ਮੁਰਦਿਆਂ ਤਾਈਂ ਜਰਾ ਜਰਾ ਮੁਸਕਰਾ ਕੇ, ਸਿੱਟੇ ਅੰਮ੍ਰਿਤ ਰਸ ਨੂੰ ਮੁਖ ਤੋਂ ਮਿੱਠੇ ਬਚਨ ਸੁਣਾ ਕੇ। ਉਪਰੰਤ ਹਜੂਰ ਨੇ ਬਚਨ ਕੀਤਾ, ਸੌਣ ਸਿਆਂ ਕੁਝ ਪਤਾ ਲੱਗਾ, ਸਮਝ ਆਈ, ਇਹ ਸਭ ਕੁਝ ਗੁਰੂ ਨਾਨਕ ਦੀ ਦਾਤ ਹੈ। ਸੌਣ ਸਿੰਘ ਨੇ ਕਿਹਾ, ਮਹਾਰਾਜ ਅਸੀਂ ਸਾਰੀ ਉਮਰ ਭੁੱਲੇ ਹੀ ਰਹੇ। ਸਿਰ ਨਵਾ ਕੇ ਚੁੱਪਚਾਪ ਬੈਠ ਗਿਆ। ਪਰ ਜਿਵੇਂ ਮਨ ਆਖ ਰਿਹਾ ਹੋਵੇ, ਸੂਰਜ ਚੜ੍ਹੇ ਹੋਏ ਤੋਂ ਹਨੇਰੇ ਵਿੱਚ ਭਟਕਦੇ ਰਹੇ, ਸਾਡਾ ਕੀ ਬਣੇਗਾ। ਹਜੂਰ ਨੇ ਬਚਨ ਕੀਤਾ, ਸੌਣ ਸਿਆਂ ਤੁਹਾਡਾ ਸਭ ਕੁਝ ਬਣਿਆ ਹੈ। ਜਿੱਥੇ ਅਸੀਂ ਉੱਥੇ ਤੁਸੀਂ, ਪਿੱਛੇ ਰਹੇ ਹੋ ਅੱਗੇ ਨੂੰ ਰਹੋਗੇ। ਉਪਰੰਤ ਸਾਰੀ ਸੰਗਤ ਨੇ ਨਮਸਕਾਰ ਕੀਤੀ। ਕੁੰਡਲੀਆਂ। ਸ੍ਰੀ ਸੰਤ ਮਹਾ ਹਰਨਾਮ ਸਿੰਘ ਜੀ, ਅਗਮ ਦਿਆ ਬੇਅੰਤ, ਤੂੰ ਸਿਰ ਨਾਥਨ ਕੇ ਨਾਥ ਹੈ, ਸਭ ਸੰਤਨ में संत, सब संतन में संत महंत, तेरे गुण गावे। इंद्र उपिंद्र फुनिंद्र, दिन रात ध्यावे। कहे कवि सतनाम सिंह, बार बार बंदन करी। पावन पतित पुनीत, परम जोत परमेश्वरी। ਇਹ ਪ੍ਰਸੰਗ ਮਾਤਾ ਪਿਤਾ ਤੋਂ ਕਈ ਵਾਰ ਸੁਣਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।